ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਡੇ ਨਾਲ 10ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੇ ਅਰਥ ਸ਼ਾਸਤਰ ਦੇ ਪਹਿਲੇ ਪਾਠ ਮੁੱਢਲੀਆਂ ਧਾਰਨਾਵਾਂ ਸੰਬੰਧੀ ਕੁਝ ਗੱਲਾਂ ਕਰਾਂਗਾ। ਮੈਂ ਆਪਣੇ ਪਿਛਲੇ ਲੈਸਨ ਵਿੱਚ ਤੁਹਾਡੇ ਨਾਲ ਇਸ ਸੰਬੰਧੀ ਕੁਝ ਗੱਲਾਂ ਕਰ ਚੁੱਕਾ ਹਾਂ, ਪਰ ਮੁੱਢਲੀਆਂ ਧਾਰਨਾਵਾਂ ਦੇ ਕੁਝ ਟੌਪਿਕ ਜੋ ਰਹਿ ਗਏ ਸਨ, ਉਹ ਮੈਂ ਇਸ ਵਾਰ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹਾਂ। ਇਸ ਕੜੀ ਵਿੱਚ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਹਾਂ ਬੱਚਤ ਦੀ, ਜੋ ਪਿਛਲੀ ਵਾਰ ਸ਼ਾਇਦ ਕੁਛ ਰਹਿ ਗਿਆ ਸੀ ਇਸ ਦਾ ਭਾਗ, ਉਸ ਨੂੰ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਬੱਚਤ ਵਿਦਿਆਰਥੀਓ, ਬੱਚਤ ਅਜਿਹਾ ਟੌਪਿਕ ਹੈ ਜਿਸ ਬਾਰੇ ਮੇਰਾ ਖਿਆਲ ਹੈ ਕਿ ਹਰ ਵਿਦਿਆਰਥੀ ਜਾਣਦਾ ਹੈ ਕਿ ਬੱਚਤ ਕੀ ਹੁੰਦੀ ਹੈ। ਬੱਚਤ ਆਮ ਸ਼ਬਦਾਂ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਆਮਦਨ ਵਿੱਚੋਂ ਜਦੋਂ ਅਸੀਂ ਖਰਚੇ ਆਪਣੇ ਘਟਾ ਦਿੰਦੇ ਹਾਂ, ਜਾਂ ਆਮ ਸ਼ਬਦਾਂ ਵਿੱਚ ਮੈਂ ਇਹ ਕਹਿ ਲਵਾਂ ਕਿ ਜਦੋਂ ਵੀ ਕਿਸੇ ਮਨੁੱਖ ਨੂੰ ਕੁਝ ਆਮਦਨ ਹੁੰਦੀ ਹੈ, ਉਸ ਵਿੱਚੋਂ ਕੁਝ ਪੈਸੇ ਉਹ ਖਰਚ ਲੈਂਦਾ ਹੈ, ਜਿਹੜੇ ਬਾਕੀ ਪੈਸੇ ਬਚ ਜਾਂਦੇ ਹਨ ਉਹਨਾਂ ਨੂੰ ਬੱਚਤ ਕਿਹਾ ਜਾਂਦਾ ਹੈ। ਸੋ ਬੱਚਿਓ, ਇਹ ਜਿਹੜੀ ਬੱਚਤ ਹੁੰਦੀ ਆ, ਇਹ ਮਨੁੱਖ ਦੀ ਆਮਦਨ ਤੇ ਨਿਰਭਰ ਕਰਦੀ ਹੈ। ਉਪਭੋਗ ਦੀ ਤਰ੍ਹਾਂ ਬੱਚਤ ਦਾ ਵੀ ਆਮਦਨ ਦੇ ਨਾਲ ਸਿੱਧਾ ਸੰਬੰਧ ਹੁੰਦਾ ਹੈ। ਜਿਵੇਂ ਆਪਾਂ ਉਪਭੋਗ ਦੀ ਗੱਲ ਕੀਤੀ ਸੀ ਕਿ ਜਿਵੇਂ ਜਿਵੇਂ ਮਨੁੱਖ ਦੀ ਆਮਦਨ ਵੱਧਦੀ ਹੈ, ਉਹਦੇ ਖਰਚੇ ਵੱਧਦੇ ਹਨ, ਉਸਦਾ ਉਪਭੋਗ ਵੱਧਦਾ ਹੈ। ਇਸੇ ਤਰ੍ਹਾਂ ਜਿਵੇਂ ਜਿਵੇਂ ਕਿਸੇ ਮਨੁੱਖ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ, ਤਾਂ ਉਸ ਮਨੁੱਖ ਦੀ ਬੱਚਤ ਵੀ ਵੱਧਦੀ ਹੈ। ਇਸ ਨੂੰ ਬੱਚਤ ਦੀ ਪ੍ਰਵਿਰਤੀ ਕਹਿੰਦੇ ਹਨ, ਅਤੇ ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਨੰਬਰ 1, ਔਸਤ ਬੱਚਤ ਪ੍ਰਵਿਰਤੀ। ਨੰਬਰ 2, ਸੀਮਾਂਤ ਬੱਚਤ ਪ੍ਰਵਿਰਤੀ। ਹੁਣ ਜੇ ਮੈਂ ਪਹਿਲਾਂ ਔਸਤ ਬੱਚਤ ਪ੍ਰਵਿਰਤੀ ਦੀ ਗੱਲ ਕਰਾਂ, ਤਾਂ ਇੱਕ ਵਿਸ਼ੇਸ਼ ਆਮਦਨ ਪੱਧਰ ਤੇ ਬੱਚਤ ਅਤੇ ਆਮਦਨ ਦੇ ਅਨੁਪਾਤ ਨੂੰ ਔਸਤ ਬੱਚਤ ਪ੍ਰਵਿਰਤੀ ਕਿਹਾ ਜਾਂਦਾ ਹੈ। ਜੇ ਆਪਾਂ ਕਹਿ ਲਈਏ ਕਿ ਔਸਤ ਬੱਚਤ ਪ੍ਰਵਿਰਤੀ ਬੱਚਤ ਨੂੰ ਆਮਦਨ ਨਾਲ ਭਾਗ ਦੇਣ ਤੇ ਪ੍ਰਾਪਤ ਹੁੰਦੀ ਹੈ। ਹੁਣ ਮੈਂ ਮੰਨ ਲੈਣਾ ਮੇਰੀ ਆਮਦਨ 100 ਰੁਪਏ ਰੋਜ਼ਾਨਾ ਹੈ, ਤੇ ਮੇਰਾ ਉਪਭੋਗ, ਜਿਹਨੂੰ ਮੈਂ ਖਰਚ ਕਹਿ ਲਵਾਂ, 80 ਰੁਪਏ ਹੈ। ਸੋ ਮੇਰੀ ਔਸਤ ਬੱਚਤ ਪ੍ਰਵਿਰਤੀ ਇੱਥੇ ਹੋਏਗੀ ਕਿ ਜੇ ਮੈਂ 80 ਨੂੰ 100 ਦੇ ਨਾਲ ਭਾਗ ਦੇ ਦੇਵਾਂ, ਤੇ ਇਹ 80% ਬਣ ਗਿਆ, ਤੇ ਮੇਰੀ ਬੱਚਤ 20% ਰਹਿ ਗਈ। ਮੈਂ 20% ਰੁਪਏ, ਜਾਂ ਜੇ ਮੈਂ ਕਹਾਂ ਮੇਰੀ 100 ਰੁਪਏ ਆਮਦਨ ਹੈ ਤੇ 80 ਰੁਪਏ ਖਰਚਾ ਹੈ, ਤੇ 20 ਰੁਪਏ ਮੇਰੀ ਹੋ ਗਈ ਬੱਚਤ, ਤੇ 20 ਰੁਪਏ ਦਾ ਮਤਲਬ ਹੈ 20% ਮੇਰੀ ਬੱਚਤ ਹੋ ਗਈ ਰੋਜ਼ਾਨਾ ਦੀ। ਹੁਣ ਮੈਂ ਅਗਲੀ ਗੱਲ ਕਰਦਾ ਹਾਂ ਸੀਮਾਂਤ ਬੱਚਤ ਪ੍ਰਵਿਰਤੀ ਦੀ। ਸੀਮਾਂਤ ਬੱਚਤ ਪ੍ਰਵਿਰਤੀ ਦਾ ਅਰਥ ਹੈ ਕਿ ਮੇਰੀ ਆਮਦਨ ਵਿੱਚ ਵੀ ਪਰਿਵਰਤਨ ਹੁੰਦਾ ਹੈ, ਤੇ ਜਿਸ ਕਾਰਨ ਮੇਰੀ ਬੱਚਤ ਵਿੱਚ ਵੀ ਪਰਿਵਰਤਨ ਹੁੰਦਾ ਹੈ। ਮੇਰੀ ਆਮਦਨ ਜਦੋਂ ਵੱਧਦੀ ਹੈ ਜਾਂ ਘਟਦੀ ਹੈ, ਤਾਂ ਮੇਰੀ ਬੱਚਤ ਵੀ ਜਾਂ ਵਧੇਗੀ ਜਾਂ ਘਟੇਗੀ। ਸੋ ਇਹਨੂੰ ਵੀ ਉਸੇ ਉਦਾਹਰਨ ਦੇ ਨਾਲ ਹੀ ਮੈਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਮੇਰੀ ਆਮਦਨ ਪਹਿਲਾਂ 100 ਰੁਪਇਆ ਸੀ, ਹੁਣ ਮੰਨ ਲਓ 200 ਹੋ ਗਈ, ਤੇ ਮੇਰਾ ਉਪਭੋਗ ਜਿਹੜਾ ਸੀ ਉਹ ਪਹਿਲਾਂ ਮੈਂ 80 ਰੁਪਏ ਕਰਦਾ ਸੀ, ਹੁਣ ਮੈਂ 120 ਕਰਨਾ ਸ਼ੁਰੂ ਕਰ ਦਿੱਤਾ। ਸੋ ਮੈਂ ਇਹ ਕਹਾਂਗਾ ਕਿ ਮੇਰੀ ਆਮਦਨ ਦੇ ਵਿੱਚ ਵਾਧਾ ਜਿਹੜਾ ਹੋਇਆ ਉਹ 100 ਰੁਪਏ ਦਾ ਹੋਇਆ, ਤੇ ਮੇਰੀ ਬੱਚਤ ਵਿੱਚ ਵਾਧਾ ਜਿਹੜਾ ਮੇਰੇ ਉਪਭੋਗ ਵਿੱਚ ਜਿਹੜਾ ਵਾਧਾ ਹੋਇਆ ਉਹ 80 ਤੋਂ ਹੁਣ 120 ਹੋ ਗਿਆ, ਕਹਿਣ ਦਾ ਭਾਵ 40। ਸੋ ਜੇ ਮੈਂ 40 ਨੂੰ 100 ਦੇ ਨਾਲ 40 ਨੂੰ 100 ਨਾਲ ਵੰਡੋ ਕਰਕੇ ਦੇਖਾਂ, ਤਾਂ ਇਹ ਕਹਾਂਗਾ ਕਿ ਮੈਂ 40% ਇਹ ਮੇਰਾ ਹੋਇਆ ਖਰਚਾ, ਤੇ ਮੇਰੀ ਬੱਚਤ ਜਿਹੜੀ ਆ ਪ੍ਰਵਿਰਤੀ ਉਹ 60% ਹੋਈ। ਠੀਕ ਹੈ ਬੱਚਿਓ। ਸੋ ਇਸ ਤੋਂ ਬਾਅਦ ਆਪਾਂ ਹੁਣ ਗੱਲ ਕਰਦੇ ਹਾਂ, ਬੱਚਤ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਨਿਵੇਸ਼ ਦੀ। ਹੁਣ ਨਿਵੇਸ਼ ਨੂੰ ਮੈਂ ਜੇ ਸਾਦੇ ਸ਼ਬਦਾਂ ਵਿੱਚ ਜਾਂ ਆਮ ਸ਼ਬਦਾਂ ਵਿੱਚ ਕਹਾਂ, ਮੈਂ ਗੱਲ ਫਿਰ ਬੱਚਤ ਤੋਂ ਹੀ ਤੋਰਨੀ ਹੈ ਕਿ
ਸਾਨੂੰ ਹਰ ਮਨੁੱਖ ਨੂੰ ਕੁਛ ਨਾ ਕੁਛ, ਹਰ ਮਨੁੱਖ ਕੰਮ ਕਰਦਾ ਹੈ, ਚਾਹੇ ਕੋਈ ਕੰਮ ਕਰੇ, ਚਾਹੇ ਮਜ਼ਦੂਰੀ ਕਰੇ, ਚਾਹੇ ਕੋਈ ਨੌਕਰੀ ਕਰੇ, ਚਾਹੇ ਉਹਦੀ ਦੁਕਾਨ ਹੋਵੇ, ਚਾਹੇ ਉਹਦਾ ਬਿਜ਼ਨਸ ਹੋਵੇ, ਹਰ ਮਨੁੱਖ ਕੋਈ ਨਾ ਕੋਈ ਕੰਮ ਕਰਦਾ ਹੈ। ਜਦੋਂ ਕੰਮ ਕਰਦਾ ਹੈ ਤਾਂ ਉਸ ਨੂੰ ਉਸ ਕੰਮ ਤੋਂ ਇਨਕਮ ਵੀ ਹੁੰਦੀ ਹੈ। ਆਪਾਂ ਇਹਨੂੰ ਲਾਭ ਵੀ ਕਹਿ ਸਕਦੇ ਹਾਂ, ਜੇ ਪਿੰਡਾਂ ਦੇ ਹਿਸਾਬ ਨਾਲ ਕਹੀਏ ਤਾਂ ਦਿਹਾੜੀ ਵੀ ਕਹਿ ਸਕਦੇ ਹਾਂ। ਸੋ ਉਸ ਇਨਕਮ ਤੋਂ, ਉਸ ਆਮਦਨ ਨੂੰ ਅਸੀਂ ਆਪਣੇ ਰੋਜ਼ਾਨਾ ਦੇ ਕੰਮਾਂ 'ਤੇ, ਰੋਟੀ 'ਤੇ, ਪਾਣੀ 'ਤੇ, ਕੱਪੜੇ 'ਤੇ, ਗੈਸ 'ਤੇ, ਹਰ ਚੀਜ਼ 'ਤੇ ਅਸੀਂ ਕੁਛ ਪੈਸੇ ਖਰਚਦੇ ਹਾਂ, ਜਿਸ ਨੂੰ ਮੈਂ ਪਹਿਲਾਂ ਉਪਭੋਗ ਦਾ ਨਾਂ ਦਿੱਤਾ ਸੀ। ਖਰਚਦੇ ਹਾਂ ਅਸੀਂ, ਉਸ ਵਿੱਚੋਂ ਕੁਝ ਪੈਸੇ ਬਚ ਜਾਂਦੇ ਹਨ, ਜਿਹੜੀ ਮੈਂ ਇਸ ਤੋਂ ਪਹਿਲਾਂ ਗੱਲ ਕਰਕੇ ਹਟਿਆ, ਜਿਸ ਨੂੰ ਅਸੀਂ ਬੱਚਤ ਕਿਹਾ। ਸੋ ਹੁਣ ਉਹ ਜਿਹੜੇ ਪੈਸੇ ਬਚ ਗਏ, ਉਹਨਾਂ ਪੈਸਿਆਂ ਨੂੰ ਕੀ ਕਰਨਾ ਹੈ? ਕੀ ਉਹ ਪੈਸੇ ਅਸੀਂ ਘਰ ਹੀ ਰੱਖ ਲੈਣੇ ਹਨ, ਜਾਂ ਉਹਨਾਂ ਪੈਸਿਆਂ ਦਾ ਕੁਛ ਕੀਤਾ ਜਾ ਸਕਦਾ ਹੈ? ਜਦੋਂ ਅਸੀਂ ਉਹਨਾਂ ਪੈਸਿਆਂ ਦਾ ਕੁਛ ਕਰਦੇ ਹਾਂ, ਜਦੋਂ ਅਸੀਂ ਉਹਨਾਂ ਪੈਸਿਆਂ ਨੂੰ ਕਿਸੇ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦੇ ਹਾਂ, ਜਾਂ ਕੋਈ ਫੈਕਟਰੀ ਖੋਲ੍ਹ ਲੈਂਦੇ ਹਾਂ, ਜਾਂ ਕੋਈ ਦੁਕਾਨ ਖੋਲ੍ਹ ਲੈਂਦੇ ਹਾਂ, ਜਾਂ ਜ਼ਮੀਨ ਲੈ ਲੈਂਦੇ ਹਾਂ, ਕੁਛ ਵੀ ਕਰਦੇ ਹਾਂ, ਤਾਂ ਉਹ ਜਿਹੜੇ ਪੈਸੇ ਹਨ, ਉਸ ਕੰਮ 'ਤੇ ਲਗਾਉਣ ਨੂੰ ਆਮ ਭਾਸ਼ਾ ਵਿੱਚ ਨਿਵੇਸ਼ ਕਿਹਾ ਜਾਂਦਾ ਹੈ। ਅਰਥ ਸ਼ਾਸਤਰ ਵਿੱਚ ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਨਿਵੇਸ਼ ਕਿਹਾ ਜਾਂਦਾ ਹੈ। ਇਹ ਇੱਕ ਵਰ੍ਹੇ ਦੌਰਾਨ ਆਮਦਨ ਦਾ ਉਹ ਭਾਗ ਜੋ ਉਪਭੋਗ 'ਤੇ ਖਰਚ ਨਹੀਂ ਕੀਤਾ ਜਾਂਦਾ, ਬਲਕਿ ਬਚਾ ਲਿਆ ਜਾਂਦਾ ਹੈ, ਉਸ ਨੂੰ ਪੂੰਜੀ ਨਿਰਮਾਣ ਲਈ ਪ੍ਰਯੋਗ ਕੀਤਾ ਜਾਂਦਾ ਹੈ। ਉਸ ਨੂੰ ਨਿਵੇਸ਼ ਕਹਿੰਦੇ ਹਨ। ਭਾਵ ਕਿਸੇ ਕੰਮ 'ਤੇ ਖਰਚ ਕਰਨ ਦੇ ਨਾਲ ਨਾਲ ਜੇਕਰ ਆਮਦਨ ਵਿੱਚ ਵਾਧਾ ਹੁੰਦਾ ਹੈ ਤਾਂ ਇਸ ਖਰਚ ਨੂੰ ਅਸੀਂ ਨਿਵੇਸ਼ ਕਹਿੰਦੇ ਹਾਂ। ਮੈਂ ਫਿਰ ਕਹਾਂ, ਜੇ ਮੰਨ ਲਓ ਅਸੀਂ ਇੱਕ ਦੁਕਾਨ ਹੀ ਪਾਉਣੀ ਹੈ ਤਾਂ ਸਾਨੂੰ ਉਸ ਦੁਕਾਨ 'ਤੇ ਕੁਝ ਪੈਸੇ ਖਰਚ ਕਰਨੇ ਪੈਣਗੇ। ਸਾਨੂੰ ਜਗ੍ਹਾ ਲੈਣੀ ਪਏਗੀ, ਉਸ ਉੱਪਰ ਇੱਕ ਕਮਰਾ ਪਾਉਣਾ ਪਏਗਾ, ਹੋਲਸੇਲ ਦੀ ਦੁਕਾਨ ਤੋਂ ਸਮਾਨ ਲਿਆਉਣਾ ਪਏਗਾ। ਇਸ ਸਾਰੇ ਖਰਚ ਨੂੰ ਨਿਵੇਸ਼ ਕਿਹਾ ਜਾਂਦਾ ਹੈ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਨਿਵੇਸ਼ ਉਹ ਖਰਚ ਹੈ ਜੋ ਆਮਦਨ ਵਧਾਉਣ ਲਈ ਕੀਤਾ ਜਾਂਦਾ ਹੈ। ਠੀਕ ਹੈ ਬੱਚਿਓ। ਸੋ ਜਦੋਂ ਅਸੀਂ ਆਮਦਨ ਵਧਾਉਣ ਦੇ ਲਈ ਕੋਈ ਖਰਚ ਕਰਦੇ ਹਾਂ ਤਾਂ ਉਹ ਉਸ ਨੂੰ ਨਿਵੇਸ਼ ਕਿਹਾ ਜਾਂਦਾ ਹੈ। ਨਿਵੇਸ਼ ਨੂੰ ਦੋ ਤੱਤ ਪ੍ਰਭਾਵਿਤ ਕਰਦੇ ਹਨ। ਕੋਈ ਵੀ ਬੰਦਾ, ਕੋਈ ਵੀ ਇਨਸਾਨ ਉਸ ਹਾਲਤ ਵਿੱਚ ਹੀ ਨਵਾਂ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜਦੋਂ ਦੋ ਚੀਜ਼ਾਂ ਹੋਣ। ਉਹ ਕਿਹੜੀਆਂ ਹਨ? ਪਹਿਲੀ ਹੈਗੀ ਲਾਭ ਦੀ ਦਰ। ਇਹ ਮੇਰੀ ਗੱਲ ਧਿਆਨ ਨਾਲ ਸੁਣਨੀ ਹੈ ਬੱਚਿਓ। ਲਾਭ ਦੀ ਦਰ, ਲਾਭ ਦੀ ਦਰ ਕਿਸੇ ਵੀ ਨਵਾਂ ਕੰਮ ਕਰਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ? ਪਿਆਰੇ ਬੱਚਿਓ, ਕੋਈ ਵੀ ਇਨਸਾਨ ਜੇ ਆਪਾਂ ਉਹਨੂੰ ਉਦਮੀ ਕਹਿ ਲਈਏ, ਜਿਹੜਾ ਕੋਈ ਕੰਮ ਕਰਨਾ ਸ਼ੁਰੂ ਕਰਦਾ ਹੈ, ਉਹ ਉਸ ਸਮੇਂ ਤੱਕ ਉਹ ਦੇਖਦਾ ਹੈ ਕਿ ਲਾਭ ਦੀ ਦਰ ਕੀ ਹੈ, ਵਿਆਜ ਦੀ ਦਰ ਕੀ ਹੈ। ਉਹ ਉਦੋਂ ਹੀ ਨਿਵੇਸ਼ ਕਰੇਗਾ ਜਦੋਂ ਲਾਭ ਦੀ ਦਰ ਅਤੇ ਵਿਆਜ ਦੀ ਦਰ ਬਰਾਬਰ ਨਹੀਂ ਹੋ ਜਾਂਦੀ। ਮੈਂ ਇਹਨੂੰ ਆਮ ਸ਼ਬਦਾਂ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਕੋਈ ਵੀ ਇਨਸਾਨ ਸਿਰਫ ਉਦੋਂ ਹੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜਦੋਂ ਤੱਕ ਲਾਭ ਮਿਲਣ ਦੀਆਂ ਸੰਭਾਵਨਾਵਾਂ, ਲਾਭ ਮਿਲਣ ਦੇ ਚਾਂਸ ਜ਼ਿਆਦਾ ਹੋਣ। ਹੁਣ ਜੇ ਮੈਂ ਤੁਹਾਡੀ ਭਾਸ਼ਾ ਵਿੱਚ ਤੁਹਾਡੇ ਨਾਲ ਗੱਲ ਕਰਨ ਲੱਗਾ ਹਾਂ, ਜੇ ਮੇਰਾ 1000 ਰੁਪਇਆ ਬੈਂਕ ਵਿੱਚ ਪਿਆ 1 ਮਹੀਨੇ ਵਿੱਚ 2000 ਹੋ ਜਾਵੇ, ਤੇ ਦੂਸਰੇ ਪਾਸੇ ਮੈਂ 1000 ਰੁਪਏ ਨਾਲ ਕੋਈ ਕੰਮ ਕਰਾਂ ਤਾਂ ਉਹ 1 ਮਹੀਨੇ ਵਿੱਚ 500 ਹੀ ਹੋਵੇ, 600 ਹੀ ਹੋਵੇ, 700 ਹੀ ਹੋਵੇ, 1000 ਨਾ ਹੋਵੇ, ਤਾਂ ਮੈਂ ਆਪਣੇ ਪੈਸੇ ਬੈਂਕ ਵਿੱਚ ਰੱਖਣਾ ਹੀ ਚੰਗਾ ਸਮਝਾਂਗਾ।
ਮੈਨੂੰ ਕੀ ਲੋੜ ਹੈ ਆਪਣੇ ਪੈਸੇ ਖਰਾਬ ਕਰਨ ਦੀ। ਸੋ ਕੋਈ ਵੀ ਇਨਸਾਨ, ਮੈਂ ਉਦੋਂ ਹੀ ਕੰਮ ਕਰਾਂਗਾ ਜਦੋਂ ਜੇ ਬੈਂਕ ਵਿੱਚ ਤਾਂ ਮੈਨੂੰ 1000 ਮਿਲੇ ਤੇ ਬਾਹਰ ਕਿਤੇ ਮੈਂ ਉਹਨਾਂ ਪੈਸਿਆਂ ਦਾ ਕੋਈ ਹੋਰ ਕੰਮ ਕਰਾਂ ਤਾਂ ਮੈਨੂੰ 1100 ਮਿਲੇ, 1200 ਮਿਲੇ, 1300 ਮਿਲੇ, 1500 ਮਿਲੇ ਜਾਂ ਮੇਰਾ 2000 ਬਣੇ। ਜਦੋਂ ਤੱਕ ਮੈਨੂੰ 1000 ਤੱਕ ਮਿਲਦਾ ਰਹੇਗਾ ਮੈਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ, ਮੈਂ ਨਿਵੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਜਦੋਂ ਮੈਨੂੰ 1000 ਤੋਂ ਘੱਟ ਰੁਪਏ ਮਿਲਣ ਦੀ ਸੰਭਾਵਨਾ ਹੋਵੇ ਤਾਂ ਮੈਂ ਨਿਵੇਸ਼ ਵਿੱਚ ਵਾਧਾ ਨਹੀਂ ਕਰਾਂਗਾ। ਸੋ ਇਸ ਤੋਂ ਅੱਗੇ ਹਨ ਨਿਵੇਸ਼ ਦੀਆਂ ਕਿਸਮਾਂ। ਨੰਬਰ 1, ਪ੍ਰੇਰਿਤ ਨਿਵੇਸ਼। ਇਹ ਉਹ ਨਿਵੇਸ਼ ਹੁੰਦਾ ਹੈ ਜਿਸ ਵਿੱਚ ਨਿਵੇਸ਼ ਕਰਨ ਵਾਲਾ ਇਹ ਦੇਖਦਾ ਹੈ ਕਿ ਮੈਨੂੰ ਲਾਭ ਕਿੰਨਾ ਹੋਣਾ ਹੈ। ਜੇਕਰ ਉਸ ਨੂੰ ਲਾਭ ਹੋਣ ਦੀਆਂ ਸੰਭਾਵਨਾਵਾਂ ਹੋਣ ਤਾਂ ਉਹ ਨਿਵੇਸ਼ ਕਰਦਾ ਹੈ, ਨਹੀਂ ਤਾਂ ਉਹ ਨਿਵੇਸ਼ ਨਹੀਂ ਕਰਦਾ। ਇਸ ਨਿਵੇਸ਼ ਨੂੰ ਪ੍ਰੇਰਿਤ ਨਿਵੇਸ਼ ਕਹਿੰਦੇ ਹਨ। ਇੱਕ ਫੈਕਟਰੀ ਵਾਲਾ, ਇੱਕ ਦੁਕਾਨਦਾਰ ਜਾਂ ਕੋਈ ਵੀ ਇਨਸਾਨ ਜਿਸ ਨੂੰ ਲੱਗਦਾ ਹੈ ਕਿ ਇਹ ਕੰਮ ਕਰਨ ਤੇ ਉਸ ਨੂੰ ਲਾਭ ਹੋਏਗਾ ਤਾਂ ਹੀ ਉਹ ਨਿਵੇਸ਼ ਕਰਦਾ ਹੈ। ਇਸ ਨਿਵੇਸ਼ ਨੂੰ ਪ੍ਰੇਰਿਤ ਨਿਵੇਸ਼ ਕਹਿੰਦੇ ਹਾਂ। ਇਹ ਨਿਵੇਸ਼ ਵਿਅਕਤੀਗਤ ਨਿਵੇਸ਼ ਹੁੰਦੇ ਹਨ। ਦੂਸਰੀ ਨਿਵੇਸ਼ ਦੀ ਕਿਸਮ ਹੈ ਸਵੈ ਚਲਿਤ ਨਿਵੇਸ਼। ਇਹ ਨਿਵੇਸ਼ ਵਿਅਕਤੀਗਤ ਨਿਵੇਸ਼ ਤੋਂ ਕੁਝ ਅਲੱਗ ਹੁੰਦਾ ਹੈ। ਇਹ ਨਿਵੇਸ਼ ਆਮ ਤੌਰ ਤੇ ਸਰਕਾਰਾਂ ਕਰਦੀਆਂ ਹਨ। ਇਸ ਵਿੱਚ ਆਮਦਨ ਵਿੱਚ ਹੋਰ ਆਮਦਨ ਹੋਣੀ ਜਾਂ ਨਹੀਂ ਹੋਣੀ, ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਸੋਚੀਆਂ ਜਾਂਦੀਆਂ। ਅਸਲ ਵਿੱਚ ਜਦੋਂ ਸਰਕਾਰ ਨੂੰ ਲੱਗਦਾ ਹੈ ਕਿ ਅਰਥ ਵਿਵਸਥਾ ਵਿੱਚ, ਸਮਾਜ ਵਿੱਚ ਲੋਕਾਂ ਦੀ ਮੰਗ ਘਟ ਰਹੀ ਹੈ ਤਾਂ ਸਰਕਾਰ ਇਸ ਤਰ੍ਹਾਂ ਦੇ ਨਿਵੇਸ਼ ਕਰਦੀ ਹੈ। ਇਸ ਨੂੰ ਸਵੈ ਚਲਿਤ ਨਿਵੇਸ਼ ਕਿਹਾ ਜਾਂਦਾ ਹੈ। ਇਸ ਉੱਤੇ ਲਾਭ ਦੀ ਸੰਭਾਵਿਤ ਦਰ ਦਾ ਕੋਈ ਅਸਰ ਨਹੀਂ ਹੁੰਦਾ। ਇਸ ਤੋਂ ਬਿਨਾਂ ਦੋ ਕਿਸਮਾਂ ਨਿਵੇਸ਼ ਦੀਆਂ ਹੋਰ ਹਨ, ਜਿਵੇਂ ਹੈ ਪਹਿਲੇ ਨੰਬਰ ਤੇ ਕੁੱਲ ਨਿਵੇਸ਼। ਕੁੱਲ ਨਿਵੇਸ਼ ਦਾ ਅਰਥ ਇਹ ਹੈ ਕਿ ਕਿਸੇ ਅਰਥ ਵਿਵਸਥਾ ਵਿੱਚ ਇੱਕ ਵਰ੍ਹੇ ਦੌਰਾਨ ਪੂੰਜੀਗਤ ਪਦਾਰਥਾਂ ਦੇ ਕੁੱਲ ਉਤਪਾਦਨ ਨੂੰ ਕੁੱਲ ਨਿਵੇਸ਼ ਕਿਹਾ ਜਾਂਦਾ ਹੈ। ਇਸ ਵਿੱਚ ਦੋ ਪ੍ਰਕਾਰ ਦੇ ਨਿਵੇਸ਼ ਹੁੰਦੇ ਹਨ, ਇੱਕ ਸ਼ੁੱਧ ਨਿਵੇਸ਼ ਤੇ ਦੂਸਰਾ ਨਵੀਨੀਕਰਨ ਨਿਵੇਸ਼। ਤੇ ਨਵੀਨੀਕਰਨ ਨਿਵੇਸ਼ ਉਹ ਨਿਵੇਸ਼ ਹੈ ਜੋ ਪੂੰਜੀ ਦੀ ਘਸਾਵਟ ਦੇ ਕਾਰਨ ਨਸ਼ਟ ਹੋ ਜਾਣ ਕਾਰਨ ਉਸਦੇ ਨਵੀਨੀਕਰਨ ਦੇ ਲਈ ਕੀਤਾ ਜਾਂਦਾ ਹੈ। ਮੈਂ ਇਸ ਨੂੰ ਸੌਖੇ ਸ਼ਬਦਾਂ ਵਿੱਚ ਤੁਹਾਡੇ ਨਾਲ ਸਾਂਝਾ ਕਰਦਾ ਹਾਂ। ਇੱਕ ਤੁਹਾਡੀ ਜ਼ਿੰਦਗੀ ਦੀ ਉਦਾਹਰਨ ਲੈਂਦਾ ਹਾਂ ਕਿ ਕੁੱਲ ਨਿਵੇਸ਼ ਕੀ ਹੈ। ਮੈਂ ਉਦਾਹਰਨ ਲੈਂਦਾ ਹਾਂ ਇੱਕ ਜ਼ਿਮੀਂਦਾਰ ਦੀ, ਇੱਕ ਕਿਸਾਨ ਦੀ। ਇੱਕ ਕਿਸਾਨ ਆਪਣੀ ਜ਼ਮੀਨ ਵਿੱਚ ਖੇਤੀਬਾੜੀ ਕਰਦਾ ਹੈ। ਖੇਤੀਬਾੜੀ ਕਰਨ ਦੌਰਾਨ ਉਸ ਨੂੰ ਲੱਗਦਾ ਹੈ ਕਿ ਆਹ ਮਸ਼ੀਨ, ਇਹ ਮੇਰਾ ਟਰੈਕਟਰ ਪੁਰਾਣਾ ਹੋ ਗਿਆ ਹੈ, ਇਹ ਟਰੈਕਟਰ ਠੀਕ ਤਰ੍ਹਾਂ ਕੰਮ ਨਹੀਂ ਕਰਦਾ, ਉਹ ਖਰਾਬ ਰਹਿੰਦਾ ਹੈ। ਉਹ ਉਸ ਟਰੈਕਟਰ ਦੀ ਜਗ੍ਹਾ ਨਵਾਂ ਟਰੈਕਟਰ ਖਰੀਦ ਲੈਂਦਾ ਹੈ। ਸੋ ਇਹ ਉਸ ਦਾ ਨਵੀਨੀਕਰਨ ਨਿਵੇਸ਼ ਹੈ। ਉਸ ਨਿਵੇਸ਼ ਨਾਲ ਉਹ ਖੇਤਾਂ ਨੂੰ ਵਾਹੇਗਾ, ਆਂਢੀਆਂ ਗੁਆਂਢੀਆਂ ਦੇ ਖੇਤਾਂ ਦੀ ਨੂੰ ਵੀ ਉਹ ਕੰਮ ਵਿੱਚ ਲਿਆਏਗਾ ਤੇ ਉੱਥੋਂ ਉਹਨੂੰ ਇਨਕਮ ਹੋਏਗੀ, ਉਹਨੂੰ ਆਮਦਨ ਹੋਏਗੀ। ਇਸ ਲਈ ਉਹ ਨਵਾਂ ਟਰੈਕਟਰ ਲੈਣ ਦੀ ਕੋਸ਼ਿਸ਼ ਕਰੇਗਾ ਜਾਂ ਨਵੀਆਂ ਮਸ਼ੀਨਾਂ ਲਵੇਗਾ। ਸੋ ਇਹ ਸਾਰੇ ਜਿਹੜੇ ਖਰਚ ਹਨ, ਜਦੋਂ ਉਹ ਇਹਨਾਂ ਚੀਜ਼ਾਂ 'ਤੇ ਪੈਸੇ ਖਰਚ ਕਰਦਾ ਹੈ, ਮੈਂ ਖਰਚ ਨਾਲੋਂ ਨਿਵੇਸ਼ ਵਰਡ ਬੋਲਾਂ, ਇਨਵੈਸਟ ਵਰਡ ਬੋਲਾਂ, ਉਹ ਕਰਦਾ ਹੈ ਤਾਂ ਇਹ ਨਿਵੇਸ਼, ਇਸ ਨੂੰ ਕੁੱਲ ਨਿਵੇਸ਼ ਕਹਿੰਦੇ ਹਨ। ਇਸ ਤੋਂ ਬਾਅਦ ਹੈ ਸ਼ੁੱਧ ਨਿਵੇਸ਼। ਬਸ ਦੋਨਾਂ ਵਿੱਚ ਇਹੀ ਫਰਕ ਹੈ ਕਿ ਕੋਈ ਵੀ ਮਨੁੱਖ ਜਾਂ ਕੋਈ ਵੀ ਉਦਮੀ ਜਦੋਂ
ਉੱਪਰ ਦੱਸੇ ਖਰਚੇ, ਜਿਹੜੇ ਤੁਹਾਨੂੰ ਮੈਂ ਪਹਿਲਾਂ ਦੱਸੇ ਖਰਚੇ ਆ, ਕਿ ਉਹ ਆਪਣੀ ਫੈਕਟਰੀ ਵਿੱਚ ਮੰਨ ਲਓ ਉਹਦੀਆਂ ਕੁਛ ਮਸ਼ੀਨਾਂ ਪੁਰਾਣੀਆਂ ਹੋ ਗਈਆਂ ਹਨ, ਉਹ ਉਹਨਾਂ ਦੀ ਜਗ੍ਹਾ ਨਵੀਆਂ ਮਸ਼ੀਨਾਂ ਲਾਉਂਦਾ ਹੈ, ਕੁਛ ਐਕਸਟਰਾ ਖਰਚੇ ਕਰਦਾ ਹੈ। ਜਦੋਂ ਉਹ ਖਰਚਿਆਂ ਨੂੰ ਅਸੀਂ ਕੁੱਲ ਨਿਵੇਸ਼ ਵਿੱਚੋਂ ਘਟਾ ਦਿੰਦੇ ਹਾਂ, ਮਾਈਨਸ ਕਰ ਦਿੰਦੇ ਹਾਂ, ਤਾਂ ਜਿਹੜਾ ਬਾਕੀ ਨਿਵੇਸ਼ ਬਚਦਾ ਹੈ, ਅਸਲੀ ਨਿਵੇਸ਼ ਬਚਦਾ ਹੈ, ਉਹਨੂੰ ਸ਼ੁੱਧ ਨਿਵੇਸ਼ ਕਿਹਾ ਜਾਂਦਾ ਹੈ। ਤੇ ਪਿਆਰੇ ਬੱਚਿਓ, ਇਹ ਜੋ ਪ੍ਰਾਪਤ ਹੁੰਦਾ ਹੈ, ਜੋ ਇਹ ਪੈਸੇ ਪ੍ਰਾਪਤ ਹੁੰਦੇ ਹਨ, ਜੋ ਇਹ ਆਮਦਨ ਹੁੰਦੀ ਹੈ, ਇਹੀ ਸ਼ੁੱਧ ਨਿਵੇਸ਼ ਦੇ ਰੂਪ ਵਿੱਚ ਪੂੰਜੀ ਨਿਰਮਾਣ ਦੇ ਕੰਮ ਆਉਂਦੀ ਹੈ। ਇਸ ਤੋਂ ਹੀ ਪੂੰਜੀ ਦਾ ਨਿਰਮਾਣ ਹੁੰਦਾ ਹੈ। ਹੁਣ ਇਸ ਤੋਂ ਅੱਗੇ ਤੁਹਾਡੇ ਨਾਲ ਮੈਂ ਪੂੰਜੀ ਨਿਰਮਾਣ ਦੀ ਵੀ ਗੱਲ ਕਰ ਲਵਾਂ। ਅਰਥ ਸ਼ਾਸਤਰ ਵਿੱਚ ਆਮਦਨ ਦੇ ਉਸ ਭਾਗ ਨੂੰ ਪੂੰਜੀ ਕਹਿੰਦੇ ਹਨ, ਜਿਸ ਰਾਹੀਂ ਪਹਿਲਾਂ ਨਾਲੋਂ ਵਧੇਰੇ ਉਤਪਾਦਨ ਕੀਤਾ ਜਾ ਸਕਦਾ ਹੈ। ਆਮਦਨ ਦੇ ਜਿਸ ਭਾਗ ਨੂੰ ਉਪਭੋਗ ਅਤੇ ਖਰਚ ਨਹੀਂ ਕੀਤਾ ਜਾਂਦਾ, ਉਸਨੂੰ ਬਚਤ ਕਿਹਾ ਜਾਂਦਾ ਹੈ, ਜਿਹੜਾ ਕਿ ਆਪਾਂ ਪੜ੍ਹ ਲਿਆ ਪਹਿਲਾਂ ਹੀ। ਜੇਕਰ ਅਸੀਂ ਆਪਣੀ ਬਚਤ ਨੂੰ ਪੂੰਜੀਗਤ ਪਦਾਰਥਾਂ ਜਿਵੇਂ ਮਸ਼ੀਨਾਂ, ਕਾਰਖਾਨੇ, ਯੰਤਰ, ਕੱਚੇ ਮਾਲ ਨੂੰ ਤਿਆਰ ਕਰਨ ਦੇ ਸਟਾਕ ਦੇ ਵਿੱਚ ਅਸੀਂ ਖਰਚ ਕਰਦੇ ਹਾਂ, ਤਾਂ ਉਸ ਨੂੰ ਨਿਵੇਸ਼ ਕਿਹਾ ਜਾਂਦਾ ਹੈ। ਇਸ ਨਿਵੇਸ਼ ਦੇ ਫਲਸਰੂਪ ਪੂੰਜੀਗਤ ਪਦਾਰਥਾਂ ਦਾ ਨਿਰਮਾਣ ਹੁੰਦਾ ਹੈ। ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਪੂੰਜੀ ਨਿਰਮਾਣ ਕਿਹਾ ਜਾਂਦਾ ਹੈ। ਜੇ ਮੈਂ ਇਸ ਨੂੰ ਫਿਰ ਤੁਹਾਡੀ ਭਾਸ਼ਾ ਵਿੱਚ ਕਹਾਂ ਕਿ ਮੇਰੇ ਕੋਲ 100 ਰੁਪਇਆ ਸੀ, ਉਸ 100 ਰੁਪਏ ਵਿੱਚੋਂ ਮੈਂ 80 ਰੁਪਏ ਖਰਚ ਦਿੱਤੇ, ਮੇਰੇ 20 ਰੁਪਏ ਬਚ ਗਏ, ਉਹ ਮੇਰੀ ਬੱਚਤ ਸੀ। ਉਹਨਾਂ 20 ਰੁਪਇਆਂ ਨੂੰ ਮੈਂ ਕਿਸੇ ਕੰਮ ਵਿੱਚ ਨਿਵੇਸ਼ ਕਰ ਦਿੱਤਾ, ਅਤੇ ਉਸ ਨਿਵੇਸ਼ ਤੋਂ, ਉਸ ਨਵੇਂ ਕੰਮ ਤੋਂ ਜੋ ਮੈਨੂੰ ਖਰਚੇ ਕੱਢਣ ਤੋਂ ਬਾਅਦ ਕਮਾਈ ਹੋਈ, 20 ਰੁਪਏ ਵਿੱਚੋਂ ਮੈਂ ਕੁਛ ਕੰਮ ਕੀਤਾ, ਉਸ ਕੰਮ ਤੋਂ ਮੈਨੂੰ ਮੰਨ ਲਓ 5 ਰੁਪਏ ਕਮਾਈ ਹੋਈ, ਉਹ 5 ਰੁਪਏ ਜਿਹੜੇ ਹਨ, ਉਹ ਮੈਂ ਉਸ ਨੂੰ ਫਿਰ ਕੰਮ ਵਿੱਚ ਲਗਾਵਾਂਗਾ। ਇਹ ਜਿਹੜੇ 5 ਰੁਪਏ ਹਨ, ਇਸ ਨੂੰ ਮੈਂ ਤੁਹਾਡੀ ਭਾਸ਼ਾ ਵਿੱਚ ਪੂੰਜੀ ਨਿਰਮਾਣ ਕਹਿ ਸਕਦਾ ਹਾਂ, ਕਿ ਇਹ 5 ਤੋਂ ਅੱਗੇ 7 ਹੋਣਗੇ, 7 ਤੋਂ 10 ਹੋਣਗੇ, 10 ਤੋਂ 12 ਹੋਣਗੇ। ਪੈਸਾ ਪੈਸੇ ਨੂੰ ਵਧਾਵੇਗਾ, ਚੀਜ਼ਾਂ ਨੂੰ ਵਧਾਉਣਗੀਆਂ। 1 ਕਿੱਲੇ ਤੋਂ 1.5 ਕਿੱਲਾ ਹੋਏਗਾ, 1.5 ਕਿੱਲੇ ਤੋਂ 2 ਕਿੱਲੇ ਹੋਣਗੇ, ਇਸ ਤਰ੍ਹਾਂ 1 ਦੁਕਾਨ ਤੋਂ 2 ਦੁਕਾਨਾਂ ਹੋਣਗੀਆਂ। ਇਹਨੂੰ ਪੂੰਜੀ ਨਿਰਮਾਣ ਕਹਿੰਦੇ ਹਨ। ਪੂੰਜੀ ਨਿਰਮਾਣ ਦੇ ਦੋ ਤਰ੍ਹਾਂ ਇਹਨੂੰ ਸਮਝਿਆ ਜਾਂਦਾ ਹੈ। ਇੱਕ ਹੈ ਸੀਮਤ ਅਰਥ। ਜੇ ਛੋਟਾ ਜਿਹਾ ਕਰਕੇ ਅਸੀਂ ਇਹਨੂੰ ਦੇਖਣਾ ਹੋਵੇ ਤਾਂ ਪੂੰਜੀ ਨਿਰਮਾਣ ਦੇ ਸੀਮਤ ਅਰਥ ਕੇਵਲ ਭੌਤਿਕ ਸਾਧਨ, ਜਿਵੇਂ ਪੂੰਜੀ ਦੀ ਗੱਲ ਕਰ ਲਈਏ, ਆਪਾਂ ਮਸ਼ੀਨਾਂ ਦੀ ਗੱਲ ਕਰ ਲਈਏ, ਫੈਕਟਰੀਆਂ ਦੀ ਗੱਲ ਕਰ ਲਈਏ, ਇਮਾਰਤਾਂ ਦੀ ਗੱਲ ਕਰ ਲਈਏ, ਕੱਚੇ ਮਾਲ ਦੀ ਗੱਲ ਕਰ ਲਈਏ, ਜੇ ਇਹਨਾਂ ਵਿੱਚ ਜਦੋਂ ਵਾਧਾ ਹੁੰਦਾ ਹੈ, ਜਿਹੜੀਆਂ ਚੀਜ਼ਾਂ ਸਾਨੂੰ ਦਿਖਦੀਆਂ ਇਹਨਾਂ 'ਚ ਵਾਧਾ ਹੁੰਦਾ ਹੈ, ਤਾਂ ਇਸ ਨੂੰ ਸੀਮਤ ਅਰਥਾਂ ਦੇ ਵਿੱਚ ਪੂੰਜੀ ਨਿਰਮਾਣ ਕਹਿੰਦੇ ਹਨ। ਪਰ ਦੂਸਰੇ ਪਾਸੇ ਜੇ ਅਸੀਂ ਇਹਦਾ ਵੱਡਾ ਅਰਥ ਲੈਣਾ ਹੋਵੇ, ਵੱਡੇ ਪੱਧਰ 'ਤੇ ਦੇਖਣਾ ਹੋਵੇ, ਤਾਂ ਇਹਦੇ ਵਿੱਚ ਸਿਰਫ ਮਸ਼ੀਨਾਂ, ਇਮਾਰਤਾਂ, ਫੈਕਟਰੀਆਂ ਆਦਿ ਦਾ ਕੱਚਾ ਮਾਲ ਹੀ ਨਹੀਂ ਦੇਖਣਾ, ਆਪਾਂ ਸੜਕਾਂ ਵੀ ਦੇਖਣੀਆਂ, ਪੁਲ ਵੀ ਦੇਖਣੇ, ਰੇਲਾਂ ਵੀ ਦੇਖਣੀਆਂ, ਨਹਿਰਾਂ ਵੀ ਦੇਖਣੀਆਂ, ਇਹਨਾਂ ਦਾ ਨਿਰਮਾਣ, ਮਨੁੱਖਾਂ ਦਾ ਨਿਰਮਾਣ ਵੀ ਦੇਖਣਾ। ਇਹਨੂੰ ਵੀ ਪੂੰਜੀ ਨਿਰਮਾਣ ਕਹਿੰਦੇ ਹਨ। ਮੈਂ ਇਸ ਨੂੰ ਫਿਰ ਇੱਕ ਐਗਜ਼ਾਮਪਲ ਨਾਲ ਸਮਝਾਉਂਦਾ ਹਾਂ। ਤੁਸੀਂ ਸੋਚੋਗੇ ਕਿ ਸਰ, ਸੜਕਾਂ, ਪੁਲਾਂ, ਰੇਲਾਂ ਜਾਂ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਪੂੰਜੀ ਨਿਰਮਾਣ ਕਿਵੇਂ ਹੋ ਸਕਦਾ ਹੈ? ਤਾਂ ਮੈਂ ਇੱਕ ਉਦਾਹਰਨ ਸੜਕ ਦੀ ਲਵਾਂਗਾ। ਸੜਕ ਬਣਨ ਦਾ ਕੀ ਫਾਇਦਾ ਹੁੰਦਾ ਹੈ? ਜੇ ਸੜਕ ਵਧੀਆ ਪੱਕੀ ਬਣੀ ਹੋਵੇ, ਤਾਂ ਮੰਨ ਲਓ ਤੁਸੀਂ ਪਿੰਡ ਖਰਬੂਜੇ ਬੀਜਦੇ ਹੋ। ਜੇਕਰ ਤੁਹਾਡੀ ਸੜਕ ਬਣੀ ਹੋਈ ਹੈ ਤਾਂ ਬੱਚਿਓ, ਤੁਹਾਨੂੰ ਪਤਾ ਹੋਏਗਾ ਕਿ ਦਿੱਲੀ ਤੱਕ ਤੋਂ ਵੀ ਟਰੱਕ, ਜੰਮੂ ਕਸ਼ਮੀਰ ਤੋਂ ਵੀ ਟਰੱਕ ਖਰਬੂਜੇ ਲੈਣ ਤੁਹਾਡੇ ਪਿੰਡ ਪਹੁੰਚ ਜਾਂਦੇ ਹਨ। ਔਰ ਪੰਜਾਬ ਦੇ ਕਈ ਪਿੰਡਾਂ ਵਿੱਚ ਇਹ ਹੋ ਰਿਹਾ ਹੈ। ਆਲੂ ਬੀਜਦੇ ਹਾਂ, ਆਲੂ ਲੈਣ ਵਾਲੇ, ਆਲੂ ਖਰੀਦਣ ਵਾਲੇ ਟਰੱਕ ਭੇਜਦੇ ਹਨ ਪਿੰਡਾਂ ਦੇ ਵਿੱਚ,
ਉੱਥੋਂ ਟਰੱਕ ਭਰ ਕੇ ਕਿਸਾਨ ਦੇ ਖੇਤ ਵਿੱਚੋਂ ਹੀ ਟਰੱਕ ਭਰ ਕੇ ਖਰੀਦਦਾਰ ਖਰੀਦ ਕੇ ਲੈ ਜਾਂਦੇ ਹਨ। ਅਤੇ ਜੇਕਰ ਸੜਕ ਨਾ ਹੋਵੇ ਤਾਂ ਕੋਈ ਤੁਹਾਡੇ ਖੇਤਾਂ ਵਿੱਚ ਪਹੁੰਚ ਸਕਦਾ ਨਹੀਂ। ਸੋ ਰੇਲ ਲਾਈਨਾਂ, ਸੜਕਾਂ, ਪੁਲ ਇਹ ਅਸਿੱਧੇ ਰੂਪ ਵਿੱਚ ਪੂੰਜੀ ਨਿਰਮਾਣ ਦੇ ਵਿੱਚ ਹੈਲਪ ਕਰਦੇ ਹਨ। ਅਤੇ ਇਸ ਤੋਂ ਬਾਅਦ ਮੈਂ ਗੱਲ ਕਰਾਂਗਾ ਪੂੰਜੀ ਨਿਰਮਾਣ ਦੋ ਤਰ੍ਹਾਂ ਦਾ ਹੁੰਦਾ, ਕੁੱਲ ਪੂੰਜੀ ਨਿਰਮਾਣ ਅਤੇ ਸ਼ੁੱਧ ਪੂੰਜੀ ਨਿਰਮਾਣ। ਜਿਵੇਂ ਆਪਾਂ ਬੱਚਤ ਦੀ ਗੱਲ ਕੀਤੀ ਸੀ, ਜਿਵੇਂ ਆਪਾਂ ਨਿਵੇਸ਼ ਦੀ ਗੱਲ ਕੀਤੀ ਸੀ, ਜਿਵੇਂ ਆਪਾਂ ਉਪਭੋਗ ਦੀ ਗੱਲ ਕੀਤੀ ਸੀ। ਕੁੱਲ ਪੂੰਜੀ ਨਿਰਮਾਣ ਦੇ ਵਿੱਚ ਜਿਹੜੇ ਆਪਾਂ ਖਰਚੇ ਕੱਢਦੇ ਹਨ ਉਹ ਵੀ ਸ਼ਾਮਲ ਹੁੰਦਾ ਹੈ, ਅਤੇ ਸ਼ੁੱਧ ਪੂੰਜੀ ਨਿਰਮਾਣ ਦੇ ਵਿੱਚ ਅਰਥ ਸਿਰਫ ਇੰਨਾ ਹੀ ਹੈ ਕਿ ਜਿਹੜੇ ਵੀ ਅਸੀਂ ਖਰਚੇ ਕਰਦੇ ਹਾਂ ਉਹਨਾਂ ਖਰਚਿਆਂ ਨੂੰ ਉਸ ਪੂੰਜੀ ਨਿਰਮਾਣ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਜਿਹੜਾ ਅਸਲੀ ਰਹਿ ਜਾਂਦਾ ਹੈ ਜਿਹੜਾ ਬਾਕੀ ਰਹਿ ਜਾਂਦਾ ਹੈ ਉਸ ਨੂੰ ਸ਼ੁੱਧ ਪੂੰਜੀ ਨਿਰਮਾਣ ਕਿਹਾ ਜਾਂਦਾ ਹੈ। ਹੁਣ ਅਗਲਾ ਟੌਪਿਕ ਬੱਚਿਓ ਬਹੁਤ ਇੰਟਰਸਟਿੰਗ ਹੈ। ਮੇਰੀ ਰਿਕੁਐਸਟ ਹੈ ਕਿ ਇਸ ਨੂੰ ਪਲੀਜ਼ ਧਿਆਨ ਨਾਲ ਸੁਣਨਾ। ਛੁਪੀ ਹੋਈ ਬੇਰੁਜ਼ਗਾਰੀ। ਬੇਰੁਜ਼ਗਾਰੀ ਤਾਂ ਬੱਚਿਓ ਬੜੇ ਤਰ੍ਹਾਂ ਦੀ ਹੁੰਦੀ ਹੈ, ਪਰ ਇਹ ਇੱਕ ਇਸ ਤਰ੍ਹਾਂ ਦੀ ਬੇਰੁਜ਼ਗਾਰੀ ਹੁੰਦੀ ਹੈ ਜਿਹੜੀ ਛੁਪੀ ਹੋਈ ਹੁੰਦੀ ਹੈ, ਜਿਹੜੀ ਦਿਖਦੀ ਨਹੀਂ। ਔਰ ਬੱਚਿਓ ਇਹ ਅਕਸਰ ਸੰਸਾਰ ਦੇ ਉਹਨਾਂ ਦੇਸ਼ਾਂ ਵਿੱਚ ਜ਼ਿਆਦਾ ਮਿਲਦੀ ਹੈ ਜਿਨ੍ਹਾਂ ਦਾ ਪੂਰਾ ਵਿਕਾਸ ਨਹੀਂ ਹੋਇਆ ਹੁੰਦਾ। ਉਹ ਦੇਸ਼ ਨਾ ਤਾਂ ਜ਼ਿਆਦਾ ਅਮੀਰ ਹੁੰਦੇ ਹਨ, ਨਾ ਜ਼ਿਆਦਾ ਗਰੀਬ ਹੁੰਦੇ ਹਨ, ਅਤੇ ਉੱਥੇ ਜ਼ਿਆਦਾ ਲੋਕ ਜਿਹੜੇ ਉਹ ਖੇਤੀਬਾੜੀ ਕਰਦੇ ਹਨ। ਜਿਵੇਂ ਆਪਾਂ ਆਪਣੇ ਭਾਰਤ ਦੀ ਗੱਲ ਕਰ ਲਈਏ। ਸੋ ਇੱਥੇ ਕੀ ਹੁੰਦਾ ਹੈ, ਇੱਥੇ ਲੋਕ ਖੇਤੀਬਾੜੀ ਪੂਰਾ ਪਰਿਵਾਰ ਹੀ ਆਪਣੇ ਖੇਤ ਵਿੱਚ ਲੱਗਾ ਰਹਿੰਦਾ ਹੈ। ਜਦ ਕਿ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਸ਼ਾਇਦ ਉਸ ਕੰਮ ਨੂੰ ਕਰਨ ਲਈ ਥੋੜ੍ਹੇ ਬੰਦਿਆਂ ਦੀ ਲੋੜ ਹੁੰਦੀ ਹੈ, ਪਰ ਉਸ ਕੰਮ ਨੂੰ ਜ਼ਿਆਦਾ ਬੰਦੇ ਕਰ ਰਹੇ ਹੁੰਦੇ ਹਨ। ਅਤੇ ਜੇ ਮੈਂ ਇਸਦੀ ਪਰਿਭਾਸ਼ਾ ਦੇਣੀ ਹੋਵੇ ਜਾਂ ਮੈਂ ਦੋ ਲਾਈਨਾਂ ਇਸ ਬਾਰੇ ਬੋਲਣੀਆਂ ਹੋਣ ਤਾਂ ਮੈਂ ਇਹ ਕਹਾਂਗਾ ਕਿ ਜਦੋਂ ਕਿਸੇ ਕੰਮ ਨੂੰ ਕਰਨ ਲਈ ਜਿੰਨੇ ਕਿਰਤੀਆਂ ਦੀ ਲੋੜ ਹੁੰਦੀ ਹੈ, ਜਦੋਂ ਉਸ ਕੰਮ ਨੂੰ ਕਰਨ ਵਿੱਚ ਜ਼ਿਆਦਾ ਬੰਦੇ ਲੱਗੇ ਹੋਏ ਹੁੰਦੇ ਹਨ, ਜ਼ਿਆਦਾ ਕਿਰਤੀ ਉਸੇ ਕੰਮ ਨੂੰ ਕਰ ਰਹੇ ਹੁੰਦੇ ਹਨ, ਤਾਂ ਅਜਿਹੀ ਬੇਰੁਜ਼ਗਾਰੀ ਨੂੰ ਛੁਪੀ ਹੋਈ ਬੇਰੁਜ਼ਗਾਰੀ ਕਹਿੰਦੇ ਹਾਂ, ਜਿਸ ਵਿੱਚ ਬੇਰੁਜ਼ਗਾਰ ਦਿਖਦਾ ਨਹੀਂ ਪਰ ਹੁੰਦਾ ਹੈ। ਠੀਕ ਹੈ ਜੀ। ਮੰਨ ਲਓ ਇੱਕ ਖੇਤ ਹੈ, 4 ਏਕੜ ਦਾ ਖੇਤ ਹੈ, ਉਸ ਵਿੱਚ ਇੱਕ ਪਰਿਵਾਰ ਦੇ 8 ਮੈਂਬਰ ਕੰਮ ਕਰ ਰਹੇ ਹਨ। ਹੁਣ ਲੱਗਦਾ ਹੈ ਕਿ ਸਾਰਿਆਂ ਨੂੰ ਹੀ ਕੰਮ ਮਿਲਿਆ ਹੋਇਆ ਹੈ, ਰੁਜ਼ਗਾਰ ਹੈ, ਪਰ ਨਹੀਂ। ਉਸ ਖੇਤ ਨੂੰ, ਉਸ 4 ਏਕੜ ਨੂੰ ਜੇ 8 ਦੀ ਬਜਾਏ 4 ਵਿਅਕਤੀ ਵੀ ਕੰਮ ਕਰ ਲੈਣ ਤਾਂ ਸਰ ਸਕਦਾ ਹੈ, ਪਰ ਉਸ ਕੰਮ ਨੂੰ 8 ਮੈਂਬਰ ਕਰ ਰਹੇ ਹਨ। ਸੋ ਉਹ 4 ਮੈਂਬਰ ਜਿਹੜੇ ਵਾਧੂ ਹਨ ਉਹ ਛੁਪੇ ਹੋਏ ਬੇਰੁਜ਼ਗਾਰ ਹਨ। ਬਸ ਇਸੇ ਨੂੰ ਛੁਪੀ ਹੋਈ ਬੇਰੁਜ਼ਗਾਰੀ ਕਹਿੰਦੇ ਹਨ, ਜਿਸ ਵਿੱਚ ਪਤਾ ਨਹੀਂ ਲੱਗਦਾ ਕਿ ਮੇਰੀ ਲੋੜ ਹੈ ਜਾਂ ਨਹੀਂ ਹੈ, ਪਰ ਅਸਲ ਵਿੱਚ ਉਸ ਦੀ ਲੋੜ ਨਹੀਂ ਹੁੰਦੀ, ਉਹ ਵਾਧੂ ਕੰਮ ਕਰ ਰਿਹਾ ਹੁੰਦਾ। ਉਸ ਤੋਂ ਬਾਅਦ ਅਗਲੀ ਚੀਜ਼ ਜਿਹਦੀ ਮੈਂ ਗੱਲ ਤੁਹਾਡੇ ਨਾਲ ਕਰਾਂਗਾ, ਇਹ ਵੀ ਇੱਕ ਧਾਰਨਾ ਹੈ ਜਿਸ ਦਾ ਨਾਂ ਹੈ ਪੂਰਨ ਰੁਜ਼ਗਾਰ, ਫੁੱਲ ਇੰਪਲੋਇਮੈਂਟ। ਅੰਗਰੇਜ਼ੀ ਵਿੱਚ ਇਸ ਨੂੰ ਕਹਿੰਦੇ ਹਨ ਫੁੱਲ ਇੰਪਲੋਇਮੈਂਟ। ਆਮ ਤੌਰ 'ਤੇ ਪੂਰਨ ਰੁਜ਼ਗਾਰ ਸ਼ਬਦ ਤੋਂ ਭਾਵ ਉਸ ਹਾਲਤ ਤੋਂ ਹੁੰਦਾ ਹੈ ਜਿਸ ਵਿੱਚ ਕੋਈ ਵੀ ਬੇਰੁਜ਼ਗਾਰ ਨਹੀਂ ਹੁੰਦਾ। ਇਹ ਸਾਡੇ ਕੁਛ ਅਰਥ ਸ਼ਾਸਤਰੀ ਸੀ ਜਿਨ੍ਹਾਂ ਨੇ ਇਹ ਕਿਹਾ ਕਿ ਅਸਲ ਵਿੱਚ ਸਮਾਜ ਵਿੱਚ ਕੋਈ ਵੀ ਬੰਦਾ ਬੇਰੁਜ਼ਗਾਰ ਨਹੀਂ ਹੁੰਦਾ, ਪਰ ਉਸ ਦੀ ਇੱਕ ਸ਼ਰਤ ਹੈ। ਸ਼ਰਤ ਇਹ ਹੈ ਕਿ ਸਮਾਜ ਵਿੱਚ ਜੋ ਕੀਮਤਾਂ ਚੱਲ ਰਹੀਆਂ ਹਨ, ਜੇ ਉਹ ਉਹਨਾਂ 'ਤੇ ਕੰਮ ਕਰਨ ਨੂੰ ਤਿਆਰ ਹੈ ਤਾਂ ਉਹ ਬੇਰੁਜ਼ਗਾਰ ਨਹੀਂ ਹੁੰਦਾ।
ਪਰ ਸੱਚਾਈ ਵਿੱਚ ਸ਼ਾਇਦ ਇਸ ਤਰ੍ਹਾਂ ਨਹੀਂ ਹੁੰਦਾ। ਹੁਣ ਮੈਂ ਇੱਕ ਅਰਥ ਸ਼ਾਸਤਰੀ ਨੇ ਪ੍ਰੋਫੈਸਰ ਲਰਨਰ, ਇਹਨਾਂ ਦੇ ਸ਼ਬਦਾਂ ਵਿੱਚ ਪੂਰਨ ਰੁਜ਼ਗਾਰ ਉਹ ਹਾਲਤ ਹੈ ਜਿਸ ਵਿੱਚ ਸਾਰੇ ਲੋਕ ਜੋ ਮਜ਼ਦੂਰੀ ਦੀਆਂ ਵਰਤਮਾਨ ਦਰਾਂ 'ਤੇ ਕੰਮ ਕਰਨ ਦੇ ਇੱਛੁਕ ਹੋਣ ਅਤੇ ਉਹਨਾਂ ਨੂੰ ਬਿਨਾਂ ਕਿਸੇ ਔਕੜ ਕੰਮ ਮਿਲ ਜਾਵੇ। ਮੰਨ ਲਓ 500 ਰੁਪਇਆ ਦਿਹਾੜੀ ਹੈ ਅਤੇ ਸਾਰਿਆਂ ਨੂੰ 500 ਰੁਪਏ ਦੇ ਹਿਸਾਬ ਨਾਲ ਹਰ ਕੋਈ ਕਵੇ ਮੈਂ 500 'ਤੇ ਕੰਮ ਕਰਨ ਨੂੰ ਤਿਆਰ ਹਾਂ ਅਤੇ ਉਸ ਨੂੰ ਕੰਮ ਮਿਲ ਜਾਏਗਾ। ਸੋ ਇਸ ਨੂੰ ਪੂਰਨ ਰੁਜ਼ਗਾਰ ਕਿਹਾ ਜਾਂਦਾ ਹੈ। ਨਾਲ ਉਹ ਇਹ ਵੀ ਕਹਿੰਦੇ ਹਨ ਕਿ ਅਰਥ ਵਿਵਸਥਾ ਵਿੱਚ ਕੁਝ ਅਣਇੱਛੁਕ ਬੇਰੁਜ਼ਗਾਰੀਆਂ ਵੀ ਹੁੰਦੀਆਂ, ਜਿਸ ਨੂੰ ਇਹਨਾਂ ਬੇਰੁਜ਼ਗਾਰੀਆਂ ਨੂੰ ਮੈਂ ਤੁਹਾਡੇ ਨਾਲ ਉਹਨਾਂ ਦੀ ਇੱਕ ਇੱਕ ਕਰਕੇ ਅੱਗੇ ਵਿਆਖਿਆ ਕਰਦਾ ਹਾਂ। ਇੱਛੁਕ ਬੇਰੁਜ਼ਗਾਰੀ, ਜਦੋਂ ਕਿਰਤੀ ਮਜ਼ਦੂਰੀ ਦੀ ਵਰਤਮਾਨ ਦਰ 'ਤੇ ਕੰਮ ਕਰਨ ਲਈ ਤਿਆਰ ਨਾ ਹੋਣ। ਹੁਣ ਇਹ ਕੀ ਕਹਿੰਦੇ ਹਨ ਕਿ ਉਹ ਆਪਣੀ ਮਰਜ਼ੀ ਨਾਲ ਉਹ ਕਹਿੰਦਾ ਮੈਂ ਨਹੀਂ ਕੰਮ ਕਰਨਾ, ਮੈਂ ਤਾਂ ਘਰ ਬੈਠਣਾ। ਸੋ ਯਹੀ ਬੇਰੁਜ਼ਗਾਰੀ ਨੂੰ ਇੱਛੁਕ ਬੇਰੁਜ਼ਗਾਰੀ ਕਹਿੰਦੇ ਹਨ। ਅਗਲਾ ਹੈ ਸੰਘਰਸ਼ਾਤਮਕ ਬੇਰੁਜ਼ਗਾਰੀ। ਇਹ ਕਿਹੜੀ ਬੇਰੁਜ਼ਗਾਰੀ ਹੁੰਦੀ ਹੈ? ਇਹ ਬੇਰੁਜ਼ਗਾਰੀ ਉਹ ਹੁੰਦੀ ਹੈ ਜਦੋਂ ਕਿਸੇ ਵੇਲੇ ਕੱਚੇ ਮਾਲ ਦੀ ਘਾਟ ਹੁੰਦੀ ਹੈ, ਮਜ਼ਦੂਰ ਨਹੀਂ ਲੱਭਦੇ, ਕੋਈ ਮਸ਼ੀਨ ਟੁੱਟ ਜਾਂਦੀ ਹੈ, ਜਿਸ ਕਾਰਨ ਕੁਛ ਸਮੇਂ ਲਈ ਕੰਮ ਖਰਾਬ ਹੋ ਜਾਂਦਾ ਹੈ, ਕੰਮ ਰੁਕ ਜਾਂਦਾ ਹੈ। ਸੋ ਇਸ ਨੂੰ ਸੰਘਰਸ਼ਾਤਮਕ ਬੇਰੁਜ਼ਗਾਰੀ ਕਹਿੰਦੇ ਹਨ। ਨੰਬਰ 3 ਹੈ ਮੌਸਮੀ ਬੇਰੁਜ਼ਗਾਰੀ। ਇਹ ਬੇਰੁਜ਼ਗਾਰੀ ਉਹ ਬੇਰੁਜ਼ਗਾਰੀ ਹੁੰਦੀ ਹੈ ਜਿਸ ਦਾ ਕਿਸੇ ਵੇਲੇ ਮੌਸਮ ਨਾਲ ਵੀ ਸੰਬੰਧ ਹੁੰਦਾ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਬਰਫ਼ ਦੇ ਕਾਰਖਾਨੇ ਸਰਦੀਆਂ ਦੇ ਵਿੱਚ ਬੰਦ ਕਰ ਦਿੱਤੇ ਜਾਂਦੇ ਹਨ। ਸੋ ਇਸ ਨੂੰ ਅਸੀਂ ਮੌਸਮੀ ਬੇਰੁਜ਼ਗਾਰੀ ਕਹਿੰਦੇ ਹਨ। ਕਿਸੇ ਵੇਲੇ ਕੋਈ ਕਿਸੇ ਚੀਜ਼ ਦਾ ਫੈਸ਼ਨ ਬਦਲ ਜਾਂਦਾ ਹੈ, ਰੁਚੀਆਂ ਬਦਲ ਜਾਂਦੀਆਂ ਹਨ। ਸੋ ਉਦੋਂ ਜਿਹੜੀ ਬੇਰੁਜ਼ਗਾਰੀ ਆਉਂਦੀ ਹੈ ਉਸ ਨੂੰ ਮੌਸਮੀ ਬੇਰੁਜ਼ਗਾਰੀ ਕਹਿੰਦੇ ਹਨ। ਤਕਨੀਕੀ ਬੇਰੁਜ਼ਗਾਰੀ। ਤਕਨੀਕੀ ਬੇਰੁਜ਼ਗਾਰੀ ਉਹ ਬੇਰੁਜ਼ਗਾਰੀ ਹੁੰਦੀ ਹੈ ਜਿੱਥੇ ਤਕਨੀਕਾਂ ਵਿੱਚ ਪਰਿਵਰਤਨ ਆਉਣ ਦੇ ਕਾਰਨ ਬੇਰੁਜ਼ਗਾਰੀ ਹੁੰਦੀ ਹੈ। ਜਿਵੇਂ ਮੈਂ ਭਾਰਤ ਦੀ ਉਦਾਹਰਨ ਲਵਾਂ ਕਿ ਭਾਰਤ ਵਿੱਚ ਬੈਂਕਾਂ ਦੇ ਵਿੱਚ ਕੰਪਿਊਟਰ ਆ ਗਏ, ਪਰ ਬੈਂਕਾਂ ਵਿੱਚ ਕੰਮ ਕਰਦੇ ਕਈ ਕਰਮਚਾਰੀ ਅਜਿਹੇ ਸਨ ਜਿਨ੍ਹਾਂ ਨੂੰ ਕੰਪਿਊਟਰ ਨਹੀਂ ਸਨ ਆਉਂਦੇ। ਸੋ ਉਹਨਾਂ ਵਿੱਚੋਂ ਕਈਆਂ ਨੇ ਨੌਕਰੀ ਛੱਡ ਦਿੱਤੀ, ਪਰ ਬਹੁਤਿਆਂ ਨੇ ਕੰਪਿਊਟਰ ਸਿੱਖ ਲਿਆ। ਸੋ ਜਦੋਂ ਕਿਸੇ ਤਕਨੀਕ ਵਿੱਚ ਪਰਿਵਰਤਨ ਹੋਣ ਨਾਲ ਮਜ਼ਦੂਰ ਨੂੰ ਨਵੀਆਂ ਮਸ਼ੀਨਾਂ ਨਹੀਂ ਚਲਾਉਣੀਆਂ ਹੁੰਦੀਆਂ ਤਾਂ ਇਹ ਜਿਹੜੀ ਬੇਰੁਜ਼ਗਾਰੀ ਹੁੰਦੀ ਹੈ ਇਸ ਨੂੰ ਤਕਨੀਕੀ ਬੇਰੁਜ਼ਗਾਰੀ ਕਹਿੰਦੇ ਹਨ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੁਦਰਾ ਸਫੀਤੀ ਦੀ। ਮੁਦਰਾ ਸਫੀਤੀ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਇਨਫਲੇਸ਼ਨ ਵੀ ਕਹਿੰਦੇ ਹਨ ਅਤੇ ਪੰਜਾਬੀ ਵਿੱਚ ਫੈਲਾਅ ਜਾਂ ਵਾਧਾ। ਇਸ ਨੂੰ ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਜਿਵੇਂ ਜਦੋਂ ਫੁੱਟਬਾਲ ਦੇ ਬਲੈਡਰ ਵਿੱਚ ਅਸੀਂ ਹਵਾ ਭਰੀ ਜਾਈਏ ਤਾਂ ਇਹ ਬਲੈਡਰ ਹੋਰ ਫੁੱਲਦਾ ਜਾਂਦਾ ਹੈ। ਇਸੇ ਤਰ੍ਹਾਂ ਹੀ ਵਸਤੂਆਂ ਦੀਆਂ ਕੀਮਤਾਂ ਵਿੱਚ ਵੀ ਜਦੋਂ ਵਾਧਾ ਲਗਾਤਾਰ ਹੁੰਦਾ ਜਾਵੇ ਤਾਂ ਇਸ ਨੂੰ ਇਨਫਲੇਸ਼ਨ ਕਿਹਾ ਜਾਂਦਾ ਹੈ। ਸੋ ਅਰਥ ਸ਼ਾਸਤਰ ਵਿੱਚ ਕੀਮਤ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਨੂੰ ਮੁਦਰਾ ਸਫੀਤੀ ਕਿਹਾ ਜਾਂਦਾ ਹੈ। ਮੁਦਰਾ ਸਫੀਤੀ ਦੇ ਕਈ ਕਾਰਨ ਹੋ ਸਕਦੇ ਹਨ। ਜਦੋਂ ਕਿਸੇ ਅਰਥ ਵਿਵਸਥਾ ਵਿੱਚ ਵਸਤੂਆਂ ਦੀ ਮੰਗ ਉਹਨਾਂ ਦੀ ਪੂਰਤੀ ਤੋਂ ਵੱਧ ਜਾਂਦੀ ਹੈ ਤਾਂ ਉਹਨਾਂ ਵਸਤੂਆਂ ਦੀ ਕੀਮਤ ਵਿੱਚ ਬੇਤਹਾਸ਼ਾ ਵਾਧਾ ਹੋਣ ਲੱਗਦਾ ਹੈ, ਜਿਸ ਕਾਰਨ ਮੁਦਰਾ ਸਫੀਤੀ ਦੇ ਹਾਲਾਤ ਪੈਦਾ ਹੋ ਜਾਂਦੇ ਹਨ। ਸੋ ਕੀਮਤਾਂ ਦੇ ਵਿੱਚ ਲਗਾਤਾਰ ਹੋਣ ਵਾਲੇ ਵਾਧੇ ਨੂੰ ਹੀ ਮੁਦਰਾ ਸਫੀਤੀ ਕਿਹਾ ਜਾਂਦਾ ਹੈ, ਕੀਮਤਾਂ ਦਾ ਵਾਧਾ ਕਿਹਾ ਜਾਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਸਮਾਂ ਮੁੱਕ ਰਿਹਾ ਹੈ। ਅੱਜ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ। ਕੱਲ੍ਹ ਨੂੰ ਫਿਰ ਮਿਲਾਂਗੇ। ਇਸ ਦਾ ਇੱਕ ਪਾਠ ਹੋਰ ਰਹਿੰਦਾ ਹੈ, ਮੈਂ ਕੋਸ਼ਿਸ਼ ਕਰਾਂਗਾ ਕਿ
ਉਹ ਪਾਠ ਵੀ ਜਲਦੀ ਬਣਾ ਕੇ ਤੁਹਾਡੇ ਅੱਗੇ ਪੇਸ਼ ਹੋਵਾਂ। ਥੈਂਕ ਯੂ, ਧੰਨਵਾਦ, ਗੁੱਡ ਬਾਏ, ਗੁੱਡ ਲੱਕ।